हाय एवरीवन, मेरा नाम है ਰਿਚਾ ਤੇ ਮੈਂ ਇੱਕ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਸਾਡਾ ਆਫਿਸ ਮਿਸਿਸਾਗਾ ਦੇ ਵਿੱਚ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਇੱਕ ਬਹੁਤ ਹੀ ਅਕਸਰ ਹੀ ਪੁੱਛਿਆ ਜਾਣ ਵਾਲਾ ਸਵਾਲ ਹੁੰਦਾ ਕੰਸਲਟੇਸ਼ਨਸ ਦੇ ਵਿੱਚ, ਜੋ ਵੀ ਇੱਥੇ ਟੈਂਪਰੇਰੀ ਰੈਜ਼ੀਡੈਂਟਸ ਨੇ, ਫॉर एग्जांपल इफ they are on a work permit or a study permit, they often ask me that what if we plan a baby inside Canada, or what if our baby is Canadian born, would we be getting permanent residency or Canadian citizenship? So ਇਸ ਦੇ ਅਰਾਊਂਡ ਹੀ ਆਪਾਂ ਗੱਲ ਕਰਾਂਗੇ ਕਿ ਅਗਰ ਤੁਹਾਡਾ ਜਿਹੜਾ ਬੱਚਾ ਹੈ ਉਹ ਕੈਨੇਡਾ ਦੇ ਵਿੱਚ ਬੌਰਨ ਹੁੰਦਾ ਹੈ, what would be the positive outcome about your Canadian status for that particular scenario. ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਗੱਲ ਸਮਝ ਲਈਏ ਕਿ ਜਿਹੜਾ ਸਪਾਂਸਰ ਹੁੰਦਾ ਹੈ ਉਹਦੀਆਂ ਕੁਝ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ, ਤੇ ਅਗਰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰੀਏ ਕਿ ਸਪਾਂਸਰ ਦਾ ਮਤਲਬ ਕੀ ਹੈ, ਤੋ ਜੇ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਸਪਾਂਸਰ ਇੱਕ ਉਹ ਇੰਡੀਵਿਜੂਅਲ ਹੋ ਸਕਦਾ ਹੈ ਜੋ ਇਸ ਕਾਬਿਲ ਹੈ ਕਿ ਉਹ ਇੱਕ ਅੰਡਰਟੇਕਿੰਗ ਸਾਈਨ ਕਰ ਸਕੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਾਲਿਆਂ ਨੂੰ ਇੱਥੇ ਪੱਕੇ ਤੌਰ ਤੇ ਬੁਲਾਉਣ ਦੇ ਲਈ, ਰਾਈਟ। ਸੋ ਇੱਥੋਂ ਹੀ ਇਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਇੱਕ ਜਿਹੜਾ ਨਵ ਜਨਮਿਆ ਬੱਚਾ ਹੈ ਜਾਂ ਔਰ ਨਿਊ ਬੌਰਨ ਬੇਬੀ ਇਜ਼ ਸਿੰਪਲੀ ਨਾਟ ਐਲੀਜੀਬਲ ਟੂ ਬੀ ਯਰ ਸਪਾਂਸਰ, ਕਿਉਂਕਿ ਸਪਾਂਸਰ ਦੀ ਮਿਨੀਮਮ ਏਜ ਜਿਹੜੀ ਹੈ ਉਹ 18 ਇਅਰਸ ਦੀ ਹੈ। ਐਂਡ ਹਾਲ ਦੀ ਘੜੀ ਅਜਿਹਾ ਕੋਈ ਵੀ ਰੂਲ ਨਹੀਂ ਹੈ ਕਿ ਅਗਰ ਤੁਹਾਡਾ ਬੱਚਾ ਕੈਨੇਡਾ ਦੇ ਵਿੱਚ ਬੌਰਨ ਹੈ ਤਾਂ ਤੁਹਾਨੂੰ ਆਟੋਮੈਟਿਕਲੀ ਹੀ ਪਰਮਨੈਂਟ ਰੈਜ਼ੀਡੈਂਸੀ ਦਿੱਤੀ ਜਾਏਗੀ। ਇਟ ਵਾਜ਼ ਯੋਰ ਵਿਸ਼ ਟੂ ਪਲਾਨ ਦ ਬੇਬੀ ਇਨ ਕੈਨੇਡਾ, ਬਟ ਕੈਨੇਡੀਅਨ ਗਵਰਨਮੈਂਟ ਡਜ਼ ਨਾਟ ਓ ਯੂ ਐਨੀ ਇਮੀਗ੍ਰੇਸ਼ਨ ਸਟੈਟਸ। ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਹਾਡਾ ਬੱਚਾ ਆਟੋਮੈਟਿਕਲੀ ਕੈਨੇਡੀਅਨ ਸਿਟੀਜ਼ਨ ਹੋ ਗਿਆ ਹੈ ਡਿਸਪਾਈਟ ਬੀਇੰਗ ਯੂ ਟੈਂਪਰੇਰੀ ਰੈਜ਼ੀਡੈਂਟ ਇਨ ਕੈਨੇਡਾ, ਤਾਂ ਇਹਦਾ ਕਦੇ ਵੀ ਇਹ ਮਤਲਬ ਨਹੀਂ ਹੋਏਗਾ ਕਿ ਤੁਸੀਂ ਵੀ ਆਟੋਮੈਟਿਕਲੀ ਹੀ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਟਸ ਹੋ ਜਾਓਗੇ। ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਉਹਨਾਂ ਸਭ ਨੂੰ ਦੱਸਣਾ, ਬਿਕੋਜ਼ ਪੀਪਲ ਆਰ ਵੈਰੀ ਯੰਗ ਹੇਅਰ ਹੂ ਆਰ ਔਨ ਵਰਕ ਪਰਮਿਟ ਔਰ ਸਟੱਡੀ ਪਰਮਿਟ, ਤੇ ਉਹਨਾਂ ਦੀ ਕਿਤੇ ਨਾ ਕਿਤੇ ਕੁਝ ਸੌਖਾ ਤਰੀਕਾ ਲੱਭਣ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਇਹ ਸੋਚ ਲਈਏ ਕਿ ਕਾਸ਼ ਕੋਈ ਅਜਿਹਾ ਤਰੀਕਾ ਹੋਵੇ ਜਿੱਥੇ ਸਾਨੂੰ ਪੜ੍ਹਨਾ ਨਾ ਪਵੇ, ਸਕਿੱਲ ਟ੍ਰੇਡ ਦਾ ਕੰਮ ਨਾ ਕਰਨਾ ਪਵੇ, ਐਲਐਮਆਈਏ ਤੇ ਨਾ ਜਾਣਾ ਪਵੇ। ਐਂਡ ਵਾਈ ਡੋਂਟ ਵੀ ਜਸਟ ਪਲਾਨ ਆਰ ਫੈਮਿਲੀ ਤੇ ਅਸੀਂ ਸ਼ਾਇਦ ਉੱਥੇ ਪੱਕੇ ਹੋ ਜਾਾਂਗੇ। ਐਂਡ ਦੇਰ ਆਰ ਨਿਊਮਰਸ ਕੇਸਿਸ ਜਿੱਥੇ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ that this does not make you an automatic permanent resident of Canada, and they end up planning babies at such a young age, ਜਿਵੇਂ 22-23 ਸਾਲ ਦੀ ਉਮਰ ਦੇ ਵਿੱਚ ਵੀ ਉਹ ਪਲਾਨ ਕਰ ਲੈਂਦੇ ਨੇ, ਰਾਈਟ। ਐਂਡ they do not even know, right, what parenting is, and just to attain immigration status in Canada many people do that। ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਫਰੈਂਡ ਸਰਕਲ ਚੋਂ ਪਤਾ ਲੱਗਿਆ ਹੁੰਦਾ ਹੈ ਕਿ ਸ਼ਾਇਦ ਐਵੇਂ ਹੋ ਜਾਂਦਾ ਹੈ। ਕੁਝ ਤਾਂ ਸਿਆਣੇ ਲੋਕ ਨੇ ਜਿਹੜੇ ਸਾਨੂੰ ਪਹਿਲਾਂ ਹੀ ਪੁੱਛ ਲੈਂਦੇ ਨੇ, ਬਟ ਆਈ ਹੈਵ ਸੀਨ ਸਮ ਹੌਰਰ ਸਟੋਰੀਜ਼ ਐਜ਼ ਵੈਲ ਜਿੱਥੇ they have already delivered the baby, ਫਿਰ ਇੰਸ਼ੋਰੈਂਸ ਵੀ ਨਹੀਂ ਸੀਗੀ, ਐਂਡ ਇਟ ਵਾਜ਼ ਵੈਰੀ ਡਿਫਿਕਲਟ ਫॉर them to survive, ਖਰਚਾ ਨਹੀਂ ਚੱਕਿਆ ਜਾ ਰਿਹਾ ਹੁੰਦਾ, and things worsen out, and obviously ਆਪਾਂ ਇੱਥੇ ਇਕੱਲੇ ਵੀ ਆ, without jobs you cannot survive, your parents are not here with you। so I would say ਜਿਹੜੀ ਆਪਣੀ ਪਰਸਨਲ ਲਾਈਫ ਹੈ ਉਹਨੂੰ ਇਮੀਗ੍ਰੇਸ਼ਨ ਦਾ ਜ਼ਰੀਆ ਨਾ ਬਣਾਓ। ਵੀ ਹੈਵ ਆਲਰੇਡੀ ਸੀਨ ਦ ਕਨਸੀਕੁਐਂਸਿਸ, ਜਿਹੜੇ +2 ਤੋਂ ਬਾਅਦ ਬੱਚੇ ਆ ਰਹੇ ਸੀ ਆਇਲਸ ਤੇ ਵਿਆਹ ਕਰਾ ਕੇ, ਐਂਡ ਆਲਰੇਡੀ ਗਵਰਨਮੈਂਟ ਹੈਜ਼ ਪੁੱਟ ਅ ਟੈਂਪਰੇਰੀ ਬੈਨ ਔਨ ਇਟ, ਰਾਈਟ। indirectly ਚੀਜ਼ਾਂ ਉਧਰ ਵੀ ਇਫੈਕਟ ਹੋਈਆਂ ਨੇ। ਸਿਮਿਲਰ ਇਜ਼ ਦ ਸਿਚੁਏਸ਼ਨ ਹੇਅਰ ਵੈਨ ਯੂ ਟਰਾਈ ਟੂ ਟੇਕ ਥਿੰਗਸ ਇਨਟੂ ਯੋਰ ਹੈਂਡਸ ਐਂਡ ਯੂ ਡੂ ਨਾਟ ਨੋ ਵਟ ਇਜ਼ ਦ ਰਾਈਟ ਪਾਥ, ਐਂਡ ਸਿੰਪਲੀ ਤੁਸੀਂ ਇਹੀ ਸੋਚ ਲੈਂਦੇ ਹੋ ਕਿ ਸ਼ਾਇਦ ਅਗਰ ਅਸੀਂ ਇੱਥੇ ਸਾਡਾ ਬੇਬੀ ਹੋਏਗਾ ਤਾਂ ਆਟੋਮੈਟਿਕਲੀ ਅਸੀਂ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਹੋ ਜਾਾਂਗੇ, ਤਾਂ ਉੱਥੇ ਚੀਜ਼ਾਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਸੀਂ ਗਵਰਨਮੈਂਟ ਨੂੰ ਹਿਊਮੈਨਿਟੇਰੀਅਨ ਗਰਾਊਂਡਸ ਤੇ ਕਹਿ ਵੀ ਨਹੀਂ ਸਕਦੇ ਕਿ ਅਸੀਂ ਬੱਚੇ ਦੀ ਟੇਕ ਕੇਅਰ ਕਰਨ ਦੇ ਲਈ ਇੱਥੇ ਰਹਿਣਾ ਹੈ। he or she can always be admitted to the foster care homes by the government, ਜਾਂ ਕੋਈ ਕਸਟੋਡੀਅਨ ਇੱਥੇ ਦਿੱਤਾ ਜਾ ਸਕਦਾ, and they can easily tell you to go to your home country, right। so never take this step, and especially ਜਦੋਂ ਤੁਸੀਂ assume ਹੀ ਇਹ ਕਰ ਰਹੇ ਹੋ ਕਿ ਸਾਨੂੰ PR ਜਾਂ ਸਿਟੀਜ਼ਨ ਹੋ ਜਾਏਗੀ। if it's your personal choice to have a family, right, and you think you're ready for it, you're most welcome। ਬਟ ਅਗਰ ਤੁਸੀਂ ਉਹਨੂੰ ਇਮੀਗ੍ਰੇਸ਼ਨ ਦਾ ਜ਼ਰੀਆ ਸਮਝ ਕੇ ਦੇਖ ਰਹੇ ਹੋ ਤਾਂ ਆਈ ਵੁੱਡ ਸੇ ਪ੍ਰਿਪੇਅਰ ਯੋਰ ਸੈਲਫ ਫॉर ਦੀ ਐਕਸਪੈਂਡੀਚਰ, ਐਂਡ ਨਾਲ ਦੀ ਨਾਲ ਇਹ ਸਮਝ ਲੈਣਾ ਵੀ ਜ਼ਰੂਰੀ ਹੈ, ਮੈਂ ਬਾਰ-ਬਾਰ ਇਹੀ ਕਹਿ ਰਹੀ ਹਾਂ, that the baby will not make you a permanent resident। Thank you।